ਅੱਜ ਦੀ ਕਲਾਸ ਦੇ ਵਿੱਚ ਬੇਟਾ ਆਪਾਂ 10th ਕਲਾਸ ਦਾ ਜੋ ਸਾਇੰਸ ਦਾ ਫਸਟ ਨੈਸ ਬੇਸਡ ਕੁਐਸਚਨ ਦਾ ਸੈਂਪਲ ਪੇਪਰ ਹੈ ਉਸ ਨੂੰ ਆਪਾਂ ਸੋਲਵ ਕਰਨ ਜਾ ਰਹੇ ਹਾਂ। ਫਸਟ ਕੁਐਸਚਨ ਦੇਖੋ ਕੀ ਹੈ ਸਾਡੇ ਕੋਲ, x ਦਾ ਘੋਲ ਸਫੇਦੀਕਰਨ ਲਈ ਵਰਤਿਆ ਜਾਂਦਾ ਹੈ, x ਦਾ ਨਾਮ ਕੀ ਹੈ। ਅਸੀਂ ਦੇਖਿਆ ਬੇਟਾ ਘਰਾਂ ਦੇ ਵਿੱਚ ਜਦੋਂ ਅਸੀਂ ਸਫੇਦੀ ਕਰਦੇ ਹਾਂ ਤਾਂ ਜਿਹੜੀ ਉਹ ਕਲੀ ਪ੍ਰਯੋਗ ਕਰਦੇ ਹਾਂ ਜਿਹਨੂੰ ਅਸੀਂ ਕਹਿੰਦੇ ਕੈਲਸ਼ੀਅਮ ਆਕਸਾਈਡ, ਜਿਹਨੂੰ ਕਹਿੰਦੇ ਅਸੀਂ ਬਿਨਾਂ ਬੁਝਿਆ ਹੋਇਆ ਚੂਨਾ ਵੀ ਕਹਿ ਦਿੰਦੇ ਹਾਂ। ਜਦੋਂ ਇਹਦੇ ਵਿੱਚ ਅਸੀਂ ਪਾਣੀ ਮਿਲਾ ਦਿੰਦੇ ਹਾਂ H2O ਤਾਂ ਸਾਡੇ ਕੋਲੇ ਜਿਹੜਾ ਸਾਡੇ ਕੋਲੇ ਘੋਲ ਬਣਦਾ ਉਹ ਹੁੰਦਾ CaOH2 ਯਾਨੀ ਕੈਲਸ਼ੀਅਮ ਹਾਈਡਰੋਕਸਾਈਡ। ਤਾਂ ਸਾਨੂੰ ਇੱਥੇ ਕੀ ਪੁੱਛਿਆ ਗਿਆ ਸੀ ਕੁਐਸਚਨ ਦੇ ਵਿੱਚ, x ਦਾ ਘੋਲ ਸਫੇਦੀਕਰਨ ਲਈ ਵਰਤਿਆ ਜਾਂਦਾ। ਜੇ ਤਾਂ ਸਾਨੂੰ ਘੋਲ ਪੁੱਛਿਆ ਹੁੰਦਾ ਤਾਂ ਉਹ ਕੀ ਹੁੰਦਾ, ਕੈਲਸ਼ੀਅਮ ਹਾਈਡਰੋਕਸਾਈਡ। ਇਹ ਸਾਡੇ ਕੋਲੇ ਜਿਹੜਾ ਘੋਲ ਤਿਆਰ ਹੋਇਆ ਹੈ, ਮਿਸ਼ਰਣ ਤਿਆਰ ਹੋਇਆ ਹੈ, ਇਹ ਹੈਗਾ ਸਾਡੇ ਕੋਲੇ ਕੈਲਸ਼ੀਅਮ ਹਾਈਡਰੋਕਸਾਈਡ। ਪਰ ਸਾਨੂੰ ਇਹ ਪੁੱਛਿਆ ਸੀ ਵੀ x ਦਾ ਨਾਮ ਕੀ ਹੈ, ਕਿਸ ਦਾ ਘੋਲ ਹੈ ਇਹ ਘੋਲ ਹੈਗਾ ਕੈਲਸ਼ੀਅਮ ਆਕਸਾਈਡ ਦਾ। ਕਿਸ ਦਾ ਘੋਲ ਹੈ ਇਹ, ਕੈਲਸ਼ੀਅਮ ਆਕਸਾਈਡ। ਜੇ ਸਾਨੂੰ ਘੋਲ ਪੁੱਛਿਆ ਹੁੰਦਾ ਤਾਂ ਸਾਡਾ ਆਨਸਰ ਕੀ ਹੋਣਾ ਸੀ, ਕੈਲਸ਼ੀਅਮ ਹਾਈਡਰੋਕਸਾਈਡ। ਸਾਨੂੰ ਇਹ ਪੁੱਛਿਆ ਗਿਆ ਕਿਸ ਦਾ ਘੋਲ ਹੈ ਤਾਂ ਆਨਸਰ ਕੀ ਹੈ ਸਾਡਾ, ਕੈਲਸ਼ੀਅਮ ਆਕਸਾਈਡ। ਤਾਂ ਸੈਕੰਡ ਆਨਸਰ ਹੈ ਜਿਹੜਾ ਉਹ ਰਾਈਟ ਆਨਸਰ ਹੈ। ਸੈਕੰਡ ਕੁਐਸਚਨ ਹੈ ਸਾਡਾ, ਸੇਬ ਦਾ ਇੱਕ ਟੁਕੜਾ ਇਸ ਦੇ ਕਾਰਨ ਭੂਰਾ ਰੰਗ ਪ੍ਰਾਪਤ ਕਰਦਾ ਹੈ। ਤਾਂ ਇਹਦਾ ਬੇਟਾ ਜਿਹੜਾ ਆਨਸਰ ਹੈ ਉਹ ਹੈਗਾ ਰਸਾਇਣਿਕ ਤਬਦੀਲੀ, ਕੈਮੀਕਲ ਚੇਂਜ। ਤਾਂ ਇਹਦਾ ਰਾਈਟ ਆਨਸਰ ਹੈ। ਅਗਲਾ ਕੁਐਸਚਨ, ਅਧਿਆਪਕ ਪਾਣੀ ਦੀ ਬਿਜਲਈ ਅਪਘਟਨ ਦੀ ਪ੍ਰਤੀਕਿਰਿਆ ਕਰ ਰਿਹਾ ਹੈ ਅਤੇ ਸਮਝਾ ਰਿਹਾ ਹੈ ਕਿ ਗੈਸ ਦੇ ਬੁਲਬੁਲੇ ਕੈਥੋਡ ਜਾਂ ਐਨੋਡ ਤੇ ਬਣਦੇ ਹਨ। ਇਸ ਪ੍ਰਤੀਕਰਮ ਵਿੱਚ ਕੈਥੋਡ ਤੇ ਕਿਹੜੀ ਗੈਸ ਬਣਦੀ ਹੈ। ਤਾਂ ਦੇਖੋ ਜਿਹੜੀ ਆਕਸੀਜਨ ਗੈਸ ਹੈ ਬੇਟਾ ਇਹ ਬਣਦੀ ਹੈਗੀ ਐਨੋਡ ਤੇ। ਇਹ ਕਿੱਥੇ ਬਣਦੀ ਹੈ, ਐਨੋਡ ਤੇ। ਔਰ ਜਿਹੜੀ ਹਾਈਡਰੋਜਨ ਹੈ ਉਹ ਕਿੱਥੇ ਬਣਦੀ ਹੈ, ਕੈਥੋਡ ਤੇ। ਤਾਂ ਇਹਦਾ ਜਿਹੜਾ ਸਾਨੂੰ ਆਨਸਰ ਪੁੱਛਿਆ ਹੋਇਆ ਸੀ, ਸਾਨੂੰ ਕਿੱਥੇ ਪੁੱਛਿਆ ਹੋਏਗਾ, ਕੈਥੋਡ ਤੇ ਪੁੱਛਿਆ ਹੋਇਆ। ਇਸ ਕਰਕੇ ਇਹਦਾ ਆਨਸਰ ਕੀ ਹੈ, ਹਾਈਡਰੋਜਨ ਗੈਸ। ਜੇ ਸਾਨੂੰ ਐਨੋਡ ਤੇ ਪੁੱਛਿਆ ਹੁੰਦਾ ਫਿਰ ਅਸੀਂ ਆਕਸੀਜਨ ਤੇ ਟਿਕ ਕਰਦੇ। ਅੱਗੇ ਹੈ, ਸਿਰਕੇ ਅਤੇ ਦਹੀਂ ਦੇ ਵਿਚਕਾਰ ਕਿਹੜਾ ਗੁਣ ਸਮਾਨ ਹੈ। ਤਾਂ ਦੋਨੋਂ ਹੀ ਇਹ ਜਿਹੜੇ ਹੈਗੇ ਤੇਜ਼ਾਬੀ ਹੁੰਦੇ ਹੈਗੇ। ਸਿਰਕਾ ਤੇ ਦਹੀਂ ਦੋਨੋਂ ਹੀ ਕੀ ਹੁੰਦੇ ਹੈਗੇ, ਤੇਜ਼ਾਬੀ ਹੁੰਦੇ ਹੈਗੇ। ਇਹਨਾਂ ਦੇ ਵਿੱਚ ਐਸਿਡ ਹੁੰਦਾ। ਤਾਂ ਜਿਹੜਾ ਸਾਡੇ ਕੋਲੇ ਸਿਰਕਾ ਹੁੰਦਾ ਇਸ ਦੇ ਵਿੱਚ ਕਿਹੜਾ ਐਸਿਡ ਹੁੰਦਾ ਹੈਗਾ, ਐਸਟਿਕ। ਇਹ ਵੀ ਤੁਹਾਨੂੰ ਪੁੱਛ ਸਕਦੇ ਬੇਟਾ, ਯਾਦ ਰੱਖਣਾ ਸਿਰਕੇ ਦੇ ਵਿੱਚ ਕਿਹੜਾ ਐਸਿਡ ਹੁੰਦਾ, ਐਸਟਿਕ। ਔਰ ਜਿਹੜਾ ਦਹੀਂ ਹੈ ਇਹਦੇ ਵਿੱਚ ਕਿਹੜਾ ਐਸਿਡ ਹੁੰਦਾ ਹੈਗਾ, ਲੈਕਟਿਕ। ਤਾਂ ਇਹਨਾਂ ਦੋਨਾਂ ਨੂੰ ਤੁਸੀਂ ਯਾਦ ਰੱਖਣਾ। ਤਾਂ ਦੋਨਾਂ ਦੇ ਵਿੱਚ ਕੀ ਗੁਣ ਹੈਗਾ, ਦੋਨੋਂ ਹੀ ਕੀ ਹੈਗੇ, ਤੇਜ਼ਾਬੀ ਹੈਗੀ। ਅਗਲਾ ਪ੍ਰਸ਼ਨ ਦੇਖੋ, ਪੰਜਵਾਂ ਕੁਐਸਚਨ ਹੈ ਬੇਟਾ ਸਾਡੇ ਕੋਲੇ, ਕਿਹੜਾ ਸੂਚਕ ਖਾਰੀ ਘੋਲ ਵਿੱਚ ਗੁਲਾਬੀ ਰੰਗ ਦਿੰਦਾ ਹੈ। ਤਾਂ ਜਿਹੜਾ ਸਾਡੇ ਕੋਲੇ ਪਹਿਲਾ ਹੈ ਮਿਥਾਈਲ ਔਰੇਂਜ, ਇਹ ਖਾਰੀ ਘੋਲ ਵਿੱਚ ਕਲਰ ਦਿੰਦਾ ਹੈ ਬੇਟਾ ਯੈਲੋ। ਔਰ ਜਿਹੜਾ ਹਲਦੀ ਦਾ ਪੇਪਰ ਹੈ ਸਾਡੇ ਕੋਲੇ ਇਹ ਦਿੰਦਾ ਰੈੱਡ ਕਲਰ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਲਿਟਮਸ ਪੇਪਰ ਹੈ ਇਹ ਜਿਹੜਾ ਸਾਡੇ ਕੋਲੇ ਐਸਿਡਿਕ ਸੋਲੂਸ਼ਨ ਹੁੰਦਾ ਹੈਗਾ ਉਸ ਦੇ ਵਿੱਚ ਬਲੂ ਰੰਗ ਦਾ ਜਿਹੜਾ ਸਾਡੇ ਕੋਲੇ ਲਿਟਮਸ ਹੁੰਦਾ ਹੈਗਾ, ਪੇਪਰ ਹੁੰਦਾ ਹੈਗਾ, ਉਹ ਰੈੱਡ ਦੇ ਵਿੱਚ ਚੇਂਜ ਹੋ ਜਾਂਦਾ ਹੈਗਾ। ਔਰ ਖਾਰੀ ਘੋਲ ਦੀ ਗੱਲ ਜੇ ਅਸੀਂ ਗੱਲ ਕਰਦੇ ਹਾਂ, ਖਾਰੀ ਘੋਲ, ਤਾਂ ਉਸ ਦੇ ਵਿੱਚ ਕੀ ਹੁੰਦਾ ਹੈਗਾ, ਇਹ ਰੈੱਡ ਤੋਂ ਕਿਸ 'ਚ ਕਨਵਰਟ ਹੋ ਜਾਂਦਾ ਹੈ, ਬਲੂ ਦੇ ਵਿੱਚ। ਤਾਂ ਸਾਨੂੰ ਗੁਲਾਬੀ ਰੰਗ ਦਾ ਸਾਨੂੰ ਪੁੱਛਿਆ ਹੋਇਆ ਸੀ। ਤਾਂ ਇਹਦਾ ਜਿਹੜਾ ਆਨਸਰ ਹੈ ਲਾਸਟ ਦੇ ਵਿੱਚ ਕੀ ਹੈਗਾ, ਜਿਹੜਾ ਸਾਨੂੰ ਆਪਸ਼ਨ ਦਿੱਤਾ ਹੋਇਆ ਉਹ ਇਸ ਦਾ ਕੀ ਹੈਗਾ, ਰਾਈਟ ਆਨਸਰ ਹੈ। ਤਾਂ ਖਾਰੀ ਘੋਲ ਦੇ ਵਿੱਚ ਇਹ ਕਿਹੜਾ ਰੰਗ ਦਿੰਦਾ ਹੈਗਾ, ਗੁਲਾਬੀ ਰੰਗ ਦਿੰਦਾ। ਤਾਂ ਚਾਰੇ ਆਪਸ਼ਨ ਆਪਾਂ ਡਿਸਕਸ ਕਰ ਲਏ, ਕਿਹੜੇ ਆਪਸ਼ਨ ਦੀ ਕੀ ਖਾਸੀਅਤ ਹੈ, ਕੋਈ ਵੀ ਤੁਹਾਨੂੰ ਬੇਟਾ ਪੁੱਛ ਸਕਦੇ ਹੈ। ਤਾਂ ਜਿਹੜਾ ਫਿਨੋਲ ਫਿਥਲੀਨ ਹੈ ਇਹਦਾ ਕੀ ਹੈਗਾ, ਰਾਈਟ ਆਨਸਰ ਹੈ। ਤਾਂ ਨੈਕਸਟ ਕੁਐਸਚਨ, ਹੇਠ ਲਿਖਿਆਂ ਵਿੱਚੋਂ ਕਿਹੜੀ ਦਵਾਈ ਭੋਜਨ ਤੋਂ ਬਾਅਦ ਪੈਦਾ ਹੋਏ ਤੇਜ਼ਾਬੀਪਨ ਨੂੰ ਠੀਕ ਕਰਨ ਦੇ ਲਈ ਵਰਤੀ ਜਾਂਦੀ ਹੈ। ਤਾਂ ਦੇਖੋ ਤੇਜ਼ਾਬ ਨੂੰ ਜਦੋਂ ਅਸੀਂ ਖਤਮ ਕਰਨਾ, ਐਸਿਡ ਨੂੰ ਖਤਮ ਕਰਨਾ, ਤਾਂ ਉਹਦੀ ਜਿਹੜੀ ਸਾਡੇ ਕੋਲੇ ਦਵਾਈ ਹੋਊਗੀ ਕੀ ਹੋਊਗੀ, ਐਂਟ ਐਸਿਡ। ਜਿਹੜੀ ਐਸਿਡ ਦੇ ਕੀ ਵਿਰੋਧੀ ਹੋਊਗੀ। ਐਕਚੁਅਲ ਦੇ ਵਿੱਚ ਇਹ ਕੁਐਸਚਨ ਵੀ ਕਈ ਵਾਰ ਪੁੱਛਿਆ ਜਾਂਦਾ ਹੁੰਦਾ ਹੈ। ਗੁਲਾਬੀ ਜੇ ਰੰਗ ਦੀ ਇਹ ਦਵਾਈ ਹੁੰਦੀ ਹੈ ਜਿਹਨੂੰ ਅਸੀਂ ਮਿਲਕ ਆਫ ਮੈਗਨੀਸ਼ੀਆ ਵੀ ਬੋਲ ਦਿੰਦੇ ਹਾਂ। ਤਾਂ ਉਹਦੇ ਵਿੱਚ ਮੈਗਨੀਸ਼ੀਅਮ ਹੁੰਦਾ ਹੈਗਾ। ਤਾਂ ਅੱਗੇ ਚੱਲਦੇ ਹਾਂ, ਨੈਕਸਟ ਕੁਐਸਚਨ, ਧਾਤਾਂ ਆਮ ਤੌਰ 'ਤੇ ਡੈਸ਼ ਹੁੰਦੀਆਂ ਹਨ। ਇਹ ਸਾਨੂੰ ਸਾਰਿਆਂ ਨੂੰ ਪਤਾ ਹੈ, ਜਿਹੜੀਆਂ ਧਾਤਾਂ ਹੁੰਦੀਆਂ ਉਹ ਠੋਸ ਹੁੰਦੀਆਂ। ਜਿਵੇਂ ਤੁਸੀਂ ਲੋਹਾ ਦੇਖ ਲਓ, ਕਠੋਰ ਹੁੰਦੀਆਂ ਇਹ। ਤਾਂ ਇਸ ਦਾ ਜਿਹੜਾ ਰਾਈਟ ਆਨਸਰ ਕੀ ਹੈ,
ਫਸਟ। ਉਸ ਤੋਂ ਬਾਅਦ ਹੈ ਅਗਲਾ ਕੁਐਸਚਨ ਹੈ ਸਾਡੇ ਕੋਲ, ਧਾਤਾਂ ਡੈਸ਼ ਹੁੰਦੀਆਂ ਹਨ। ਪਹਿਲਾ ਹੈ ਇਲੈਕਟ੍ਰੋਪੋਜ਼ਿਟਿਵ, ਫਿਰ ਹੈ ਇਲੈਕਟ੍ਰੋਨੈਗੇਟਿਵ, ਫਿਰ ਹੈ ਦੋਵੇਂ ਤੇ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਜਿਹੜੀਆਂ ਧਾਤਾਂ ਹੁੰਦੀਆਂ ਬੇਟਾ ਉਹ ਇਲੈਕਟ੍ਰੋਪੋਜ਼ਿਟਿਵ ਹੁੰਦੀਆਂ, ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਔਰ ਜਿਹੜੀਆਂ ਇਹ ਧਾਤਾਂ ਹੁੰਦੀਆਂ ਉਹ ਕੀ ਹੁੰਦੀਆਂ ਗੀਆਂ, ਇਲੈਕਟ੍ਰੋਨੈਗੇਟਿਵ ਹੁੰਦੀਆਂ। ਤੇ ਜੇ ਤੁਹਾਨੂੰ ਇਹ ਧਾਤਾਂ ਦਾ ਪੁੱਛਿਆ ਹੁੰਦਾ ਤਾਂ ਸੈਕਿੰਡ ਆਪਸ਼ਨ ਰਾਈਟ ਹੋਣਾ ਸੀ, ਪਰ ਇੱਥੇ ਸਾਨੂੰ ਧਾਤਾਂ ਦਾ ਪੁੱਛਿਆ ਹੋਇਆ ਤਾਂ ਇਹਦਾ ਕੀ ਹੋਊਗਾ ਸਾਡੇ ਕੋਲੇ, ਇਲੈਕਟ੍ਰੋਪੋਜ਼ਿਟਿਵ। ਇਹਨਾਂ ਵਿੱਚੋਂ ਅਗਲਾ ਕੁਐਸਚਨ ਹੈ, ਸਭ ਤੋਂ ਨਰਮ ਧਾਤ ਕਿਹੜੀ ਹੈ? ਤਾਂ ਇਹਨਾਂ ਦੇ ਵਿੱਚੋਂ ਸਭ ਤੋਂ ਨਰਮ ਧਾਤ ਕਿਹੜੀ ਹੈ? Au ਯਾਨੀ ਗੋਲਡ, ਜਿਹਨੂੰ ਅਸੀਂ ਸੋਨਾ ਕਹਿੰਦੇ ਹਾਂ, ਇਹ ਸਭ ਤੋਂ ਕੀ ਹੈ, ਨਰਮ ਧਾਤ। ਨੈਕਸਟ ਸਾਡਾ ਕੁਐਸਚਨ ਹੈਗਾ, ਪ੍ਰੋਪੇਨ ਜਿਸ ਦਾ ਆਣਵੀ ਸੂਤਰ ਸਾਨੂੰ ਦਿੱਤਾ ਹੋਏਗਾ C3H8। ਤਾਂ ਇਸ ਦੇ ਵਿੱਚ ਸਾਨੂੰ ਪੁੱਛਿਆ ਹੋਏਗਾ ਕਿੰਨੇ ਸਹਿਯੋਗੀ ਬੰਧਨ ਹਨ, 7 ਨੇ, 8 ਨੇ, 9 ਨੇ ਜਾਂ 10 ਨੇ। ਤਾਂ ਇੱਕ ਛੋਟਾ ਜਿਹਾ ਕਨਸੈਪਟ ਹੈ ਬੇਟਾ, ਜਿਹੜਾ ਪ੍ਰੋਪੇਨ ਹੁੰਦਾ ਹੈਗਾ ਉਹ ਐਲਕੇਨ ਹੁੰਦਾ ਪਹਿਲੀ ਗੱਲ ਤਾਂ। ਤੇ ਜਿਹੜੇ ਅਲਕੇਨ ਹੁੰਦੇ ਹੈਗੇ, ਦੇਖੋ ਪਹਿਲਾਂ ਜਿਵੇਂ ਮਿਥੇਨ ਹੋ ਗਿਆ, ਸਭ ਤੋਂ ਪਹਿਲਾਂ ਕੀ ਹੋ ਗਿਆ, ਜਿਵੇਂ ਮਿਥੇਨ, ਇਥੇਨ ਹੋ ਗਿਆ, ਇਸੇ ਤਰ੍ਹਾਂ ਹੁੰਦਾ ਪ੍ਰੋਪੇਨ ਹੁੰਦਾ ਹੈਗਾ। ਜਿਹੜੇ ਅਲਕੇਨ ਹੁੰਦੇ ਜਿਨ੍ਹਾਂ ਦੇ ਵਿੱਚ ਏਨ ਸ਼ਬਦ ਆਉਂਦਾ ਹੈਗਾ, ਉਹਦਾ ਜਿਹੜਾ ਅਲਕੇਨ ਦਾ ਫਾਰਮੂਲਾ ਹੁੰਦਾ ਉਹ ਹੁੰਦਾ CnH2n+2। ਜਿੰਨੇ ਕਾਰਬਨ ਹੋਣਗੇ H ਕੀ ਹੋਊਗਾ, ਉਹਦੇ ਦੁੱਗਣੇ ਤੋਂ 2 ਵੱਧ ਹੋਣਗੇ। ਜਿਵੇਂ ਮਿਥੇਨ ਦੇ ਵਿੱਚ 1 ਕਾਰਬਨ ਹੁੰਦਾ ਹੈ ਤਾਂ ਹਾਈਡਰੋਜਨ ਕਿੰਨੇ ਹੋਣਗੇ, 2 × 1 + 2 4 ਹੋਣਗੇ, ਤਾਂ ਇਹਦਾ ਫਾਰਮੂਲਾ ਹੁੰਦਾ CH4। ਇਸੇ ਤਰ੍ਹਾਂ ਜਿਵੇਂ ਇਥੇਨ ਉਹਦੇ ਵਿੱਚ 2 ਕਾਰਬਨ ਹੈ ਤਾਂ ਹਾਈਡਰੋਜਨ ਕਿੰਨੇ ਹੋਣਗੇ, ਦੇਖੋ 2n+2 ਹੋਣਗੇ, 2 ਦਾ ਦੁੱਗਣਾ ਕਰੋ, ਫਿਰ 2 ਦੇ ਵਿੱਚ ਜੋੜ ਦਿਓ, 2 ਦੂਣੀ 4 ਤੇ 2 ਕਿੰਨੇ ਹੋਣਗੇ, 6 ਹੋਣਗੇ। H ਕਿੰਨੇ ਹੋਣਗੇ, 6, ਜਾਣੀ ਕਾਰਬਨ ਦੇ ਦੁੱਗਣੇ ਤੋਂ 2 ਜ਼ਿਆਦਾ ਹੁੰਦੇ ਆ। ਇਸੇ ਤਰ੍ਹਾਂ ਪ੍ਰੋਪੇਨ ਹੁੰਦਾ ਜਿਹੜਾ ਤੀਸਰਾ ਸਾਡੇ ਕੋਲ C3, ਇਹਦੇ ਵਿੱਚ ਕਾਰਬਨ 3 ਹੁੰਦੇ ਆ ਤਾਂ ਹਾਈਡਰੋਜਨ ਕਿੰਨੇ ਹੋ ਜਾਣਗੇ, 3 ਦੂਣੀ 6 ਤੇ 2 8। ਤਾਂ ਇਸ ਤਰੀਕੇ ਨਾਲ ਇਹ ਫਾਰਮੂਲੇ ਬਣਦੇ ਆ। ਹੁਣ ਸਾਡੇ ਕੋਲ ਜਿਹੜਾ ਇਹ ਪ੍ਰੋਪੇਨ ਸੀ, ਇਹਦਾ ਜੇ ਸਾਡੇ ਕੋਲ ਸੰਰਚਨਾਤਮਕ ਸੂਤਰ ਹੁੰਦਾ ਜਿਹੜਾ, ਦੇਖੋ ਕੀ ਹੁੰਦਾ ਹੈ, ਕਾਰਬਨ ਦੇ ਜਿਹੜੇ ਪਰਮਾਣੂ ਹੁੰਦੇ ਹੈਗੇ ਇਹਨਾਂ ਦੇ ਵਿੱਚ ਸਿੰਗਲ ਬੌਂਡਿੰਗ ਹੁੰਦੀ ਹੈ, ਠੀਕ ਹੈ। ਤਾਂ ਸਾਰਿਆਂ ਦੇ ਉੱਪਰ ਇੱਕ ਇੱਕ ਹਾਈਡਰੋਜਨ ਲਗਾ ਦਿਓ ਆਪਣੇ, ਹੁਣ 4-4 ਬੰਧਨ ਪੂਰੇ ਕਰ ਦਿਓ ਕਾਰਬਨ ਦੇ। ਇੱਥੇ ਵੀ ਅਸੀਂ ਇਹਦੇ 'ਤੇ 2 ਲੱਗਣਗੇ ਕਿਉਂਕਿ 2 ਪਹਿਲਾਂ ਬੰਧਨ ਇਹਨੇ ਬਣਾ ਰੱਖੇ ਹੈ। ਉਸ ਤੋਂ ਬਾਅਦ ਇੱਕ ਇਹਦਾ ਹਾਈਡਰੋਜਨ ਲਗਾ ਦਿਓ, ਇੱਕ ਇੱਥੇ ਲਗਾ ਦਿਓ, ਇੱਕ ਇੱਥੇ। ਹੁਣ ਜੇ ਅਸੀਂ ਕਾਊਂਟ ਕਰਦੇ ਹਾਂ ਇਹਦੇ ਵਿੱਚ ਤਾਂ ਸਾਡੇ ਜਿਹੜੇ ਸਹਿਯੋਗੀ ਬੰਧਨ ਨੇ ਕਿੰਨੇ ਆ, ਦੇਖੋ 1 2 3 4 5 6 7 8 9 ਤੇ 10। ਤਾਂ ਕਿੰਨਾ ਆਨਸਰ ਆਇਆ ਸਾਡਾ, 10। ਇਸੇ ਤਰ੍ਹਾਂ ਜੇ ਸਾਨੂੰ ਇਥੇਨ ਦੇ ਪੁੱਛੇ ਹੁੰਦੇ ਬੇਟਾ, ਇਥੇਨ ਦੇ ਤਾਂ ਕੀ ਹੁੰਦਾ, ਦੇਖੋ 2 ਕਾਰਬਨ, ਇਹਦੇ ਵਿੱਚ ਕਿੰਨੇ ਕਾਰਬਨ ਹੁੰਦੇ ਆ, 2 ਹੁੰਦੇ ਆ। ਤਾਂ ਸਾਡਾ ਆਨਸਰ ਕੀ ਆਉਣਾ ਸੀ, ਦੇਖੋ ਇੱਥੇ ਫਿਰ ਹਾਈਡਰੋਜਨ ਲਗਾਵਾਂਗੇ ਆਪਾਂ ਉਸੇ ਤਰ੍ਹਾਂ। ਤਾਂ ਹੁਣ ਇੱਥੇ ਜੇ ਅਸੀਂ ਕਾਊਂਟ ਕਰਦੇ ਹਾਂ ਤਾਂ ਦੇਖੋ 1 2 3 4 5 6 7, ਫਿਰ ਸਾਡਾ ਆਨਸਰ ਕੀ ਹੋਣਾ ਸੀ, 7। ਤਾਂ ਇਸ ਤਰੀਕੇ ਨਾਲ ਤੁਸੀਂ ਬੇਟਾ ਬਣਾ ਕੇ ਦੇਖ ਸਕਦੇ ਹੋ। ਤਾਂ ਸਾਨੂੰ ਪ੍ਰੋਪੇਨ ਦਾ ਪੁੱਛਿਆ ਹੋਇਆ ਸੀ, ਤਾਂ ਜਿਹੜਾ ਸਾਡਾ ਰਾਈਟ ਆਨਸਰ ਹੋਊਗਾ ਕੀ ਹੋਊਗਾ, 10। ਤਾਂ ਇਹ ਸਾਡਾ ਕੀ ਹੈ, ਰਾਈਟ ਆਨਸਰ ਹੈ। ਅੱਗੇ ਇੱਕ ਹਾਈਡਰੋਕਾਰਬਨ ਅਮੋਨੀਕਲ ਕਿਊਪਰਸ ਕਲੋਰਾਈਡ ਦੇ ਘੋਲ ਨਾਲ ਪ੍ਰਤੀਕਿਰਿਆ ਕਰਕੇ ਲਾਲ ਅਵਖੇਪ ਬਣਾਉਂਦਾ ਹੈ, ਇਹ ਹਾਈਡਰੋਕਾਰਬਨ ਹੈ। ਤਾਂ ਅਸੀਂ ਇਸ ਹਾਈਡਰੋਕਾਰਬਨ ਦਾ ਨਾਮ ਦੱਸਣਾ ਹੈ, ਇਹ ਕਿਹੜਾ ਹਾਈਡਰੋਕਾਰਬਨ ਹੈ। ਤਾਂ ਇਸ ਦਾ ਜਿਹੜਾ ਆਨਸਰ ਹੈ ਉਹ ਹੈਗਾ ਇਥਾਈਨ। ਕੀ ਇਹਦਾ ਆਨਸਰ ਸਾਡੇ ਕੋਲੇ ਇਥਾਈਨ, ਇਹਨੂੰ ਤੁਸੀਂ ਯਾਦ ਕਰ ਲੈਣਾ। ਅਗਲਾ ਕੁਐਸਚਨ ਦੇਖੋ, ਹੇਠਾਂ ਲਿਖੇ ਵਿੱਚੋਂ ਕਿਹੜਾ ਪਦਾਰਥ ਈਥੇਨਲ ਨੂੰ ਡੀਨੇਚਰ ਕਰਦਾ ਹੈ। ਤਾਂ ਕੌਣ ਕਰਦਾ ਹੈਗਾ, ਮਿਥੇਨੋਲ। ਇਹਨੂੰ ਯਾਦ ਰੱਖਣਾ ਤੁਸੀਂ। ਫਸਟ ਆਪਸ਼ਨ ਸਾਡਾ ਕੀ ਹੈ, ਰਾਈਟ ਆਨਸਰ। ਅੱਗੇ ਹੈ ਨੈਕਸਟ ਕੁਐਸਚਨ ਸਾਡੇ ਕੋਲੇ, ਕਲੋਰੀਨ ਦਾ ਸਾਡੇ ਕੋਲੇ ਫਾਰਮੂਲਾ ਦਿੱਤਾ ਹੋਇਆ, ਦੇਖੋ Cl17 ਔਰ ਉੱਪਰ ਹੈ 35, ਫਿਰ ਹੈਗਾ ਸਾਡੇ ਕੋਲੇ Cl17, ਫਿਰ ਹੈ 37। ਇਹ ਸਾਡੇ ਕੋਲੇ ਇਸ ਤਰ੍ਹਾਂ ਦਾ ਇੱਕ ਉਦਾਹਰਨ ਹੈ ਜਿਸ ਦੇ ਵਿੱਚ ਦੇਖੋ ਪਰਮਾਣੂ ਜਿਹੜਾ ਸੰਖਿਆ ਸਾਡੇ ਕੋਲੇ ਕਲੋਰੀਨ ਦੀ ਪਰਮਾਣੂ ਸੰਖਿਆ ਦੇਖੋ ਦੋਨਾਂ ਦੇ ਵਿੱਚ ਹੀ 17 ਹੈ, ਪਰ ਜਿਹੜਾ ਪਰਮਾਣੂ ਪੁੰਜ ਹੈ, ਭਾਰ ਹੈ ਉਹਨਾਂ ਦਾ, ਪਰਮਾਣੂ ਪੁੰਜ ਹੈ ਜਿਹੜਾ ਉਹ ਅਲੱਗ-ਅਲੱਗ ਹੈ। ਪਹਿਲੇ ਦੇ ਵਿੱਚ ਕਿੰਨਾ 35, ਦੂਸਰੇ ਦੇ ਵਿੱਚ ਕਿੰਨਾ 37। ਇੱਕ ਦੇ ਵਿੱਚ 35 ਦਿੱਤਾ ਹੋਇਆ, ਇੱਕ ਦੇ ਵਿੱਚ 37 ਦਿੱਤਾ ਹੋਇਆ। ਤਾਂ ਇਹੋ ਜਿਹੇ ਸਾਡੇ ਕੋਲੇ ਜਦੋਂ ਪਰਮਾਣੂ ਸੰਖਿਆ ਸਾਡੇ ਕੋਲੇ ਸਮਾਨ ਹੁੰਦੀ ਹੈ ਪਰ ਪਰਮਾਣੂ ਪੁੰਜ ਅਲੱਗ-ਅਲੱਗ ਹੁੰਦਾ ਹੈ ਤਾਂ ਉਸ ਨੂੰ ਬੇਟਾ ਅਸੀਂ ਕੀ ਬੋਲਦੇ ਹਾਂ,
ਆਈਸੋਟੋਪ जो बोलते हैं समस्थानिक कह ਦਿੰਦੇ ਤਾਂ ਅੱਗੇ ਹੈ ਸਾਡੇ ਕੋਲੇ 14ਵਾਂ ਕੁਐਸਚਨ ਹੇਠਲਿਆਂ ਵਿੱਚੋਂ ਕਿਹੜਾ ਤੀਸਰੇ ਪੀੜ ਦੇ ਤੱਤ ਲਈ ਸਭ ਤੋਂ ਬਾਹਰਲਾ ਸ਼ੈੱਲ ਹੋਵੇਗਾ। ਤਾਂ ਸਾਨੂੰ ਪਤਾ ਹੈਗਾ ਜਿਹੜੇ ਸਾਡੇ ਕੋਲੇ ਸ਼ੈੱਲ ਹੁੰਦੇ, ਦੇਖੋ ਪਹਿਲਾਂ ਸਾਡੇ ਕੋਲੇ 1 2 और 3 ਇਸੇ ਤਰ੍ਹਾਂ ਸਾਡੇ ਕੋਲੇ ਚੌਥਾ ਸ਼ੈੱਲ ਬਣੂਗਾ। ਤਾਂ ਮੈਂ ਚਾਰੋਂ ਬਣਾ ਲਈ। ਪਹਿਲੇ ਨੂੰ ਅਸੀਂ ਕਹਿੰਦੇ ਹੁੰਦੇ ਹਾਂ ਕਿ ਦੂਸਰੇ ਨੂੰ L, ਤੀਸਰੇ ਨੂੰ M, ਚੌਥੇ ਨੂੰ ਕੀ ਬੋਲਦੇ ਹਾਂ ਅਸੀਂ N। ਤਾਂ ਸਾਨੂੰ ਕਿਹਾ ਹੋਇਆ ਤੀਸਰੇ ਪੀੜ ਦੇ ਤੱਤ ਲਈ ਮੰਨ ਲੈਂਦੇ ਹਾਂ ਸੋਡੀਅਮ ਹੈ ਸਾਡੇ ਕੋਲੇ, ਜਿਹੜਾ ਉਹਦੀ ਪਰਮਾਣੂ ਸੰਖਿਆ ਹੁੰਦੀ ਹੈ 11 ਹੁੰਦੀ ਹੈ, ਇਹਦੇ ਕੋਲ ਇਲੈਕਟ੍ਰੋਨ ਵੀ ਕਿੰਨੇ ਹੋਣਗੇ 11। ਤਾਂ ਪਹਿਲੇ ਸਰਕਲ ਦੇ ਵਿੱਚ ਕਿੰਨੇ ਹੋਣਗੇ 2, ਦੂਸਰੇ ਦੇ ਵਿੱਚ 8, ਤੀਸਰੇ ਦੇ ਵਿੱਚ 3। ਤਾਂ ਇਹ ਤੁਹਾਨੂੰ ਪਤਾ ਹੀ ਹੋਣਾ ਬੇਟਾ, ਪਹਿਲੇ 'ਚ 2 ਆਉਂਦੇ ਹੁੰਦੇ, ਦੂਸਰੇ 'ਚ 8, ਤੀਸਰੇ 'ਚ ਵੀ 8, 2 8 8 18 18 32 ਇਹਨਾਂ ਨੂੰ ਯਾਦ ਰੱਖ ਸਕਦੇ ਹੋ ਤੁਸੀਂ। ਪਹਿਲੇ ਦੇ ਵਿੱਚ 2 ਹੁੰਦੇ ਆ, ਦੂਸਰੇ 'ਚ ਵੱਧ ਤੋਂ ਵੱਧ 8, ਤੀਸਰੇ 'ਚ ਵੱਧ ਤੋਂ ਵੱਧ ਫਿਰ 8। ਤਾਂ ਪਹਿਲੇ ਦੇ ਵਿੱਚ ਦੇਖੋ 2 ਇਲੈਕਟ੍ਰੋਨ ਹੋ ਜਾਣਗੇ, ਦੂਸਰੇ ਦੇ ਵਿੱਚ ਕਿੰਨੇ ਬਣਨਗੇ 8 ਬਣਨਗੇ, ਤੀਸਰੇ 'ਚ ਕਿੰਨੇ ਬਣਨਗੇ 3 ਬਣਨਗੇ। ਤਾਂ ਤੀਸਰੇ ਪੀੜ ਦੇ ਲਈ 3 ਜਿਹੜੇ ਇਹਦੇ 'ਚ ਬਣ ਰਹੇ ਸੀ ਉਹ ਕਿਹੜੇ 'ਚ ਬਣਨਗੇ, ਤੀਸਰਾ ਸਰਕਲ ਸਾਡੇ ਕੋਲ ਕਿਹੜਾ ਹੈਗਾ M ਸ਼ੈੱਲ। ਤਾਂ ਇਹਦਾ ਰਾਈਟ ਆਨਸਰ ਕੀ ਆਊਗਾ M ਸ਼ੈੱਲ। ਅੱਗੇ ਚੱਲਦੇ ਹਾਂ ਅਗਲਾ ਪ੍ਰਸ਼ਨ। ਅਗਲਾ ਪ੍ਰਸ਼ਨ ਸਾਡੇ ਕੋਲ ਹੈਗਾ PQRS ਅਤੇ T ਦੇ ਪਰਮਾਣੂ ਨੰਬਰ, ਜਿਹੜੀ ਪਰਮਾਣੂ ਸੰਖਿਆ ਸਾਨੂੰ ਦਿੱਤੀ ਹੋਈ ਹੈ। P ਦੀ ਪਰਮਾਣੂ ਸੰਖਿਆ ਸਾਡੇ ਕੋਲ 7 ਹੈ ਔਰ Q ਦੀ ਪਰਮਾਣੂ ਸੰਖਿਆ ਸਾਡੇ ਕੋਲ 9 ਹੈ। R ਦੀ ਪਰਮਾਣੂ ਸੰਖਿਆ ਸਾਡੇ ਕੋਲ 12 ਹੈ। ਇਸੇ ਤਰ੍ਹਾਂ S ਦੀ ਪਰਮਾਣੂ ਸੰਖਿਆ ਸਾਡੇ ਕੋਲ 16 ਹੈ ਔਰ T ਦੀ ਪਰਮਾਣੂ ਸੰਖਿਆ ਸਾਡੇ ਕੋਲ 17 ਹੈ। ਸਾਨੂੰ ਪੁੱਛਿਆ ਕੀ ਹੋਏਗਾ ਤੱਤਾਂ ਦੀ ਕਿਹੜੀ ਜੋੜੀ ਇੱਕੋ ਸਮੂਹ ਨਾਲ ਸੰਬੰਧਿਤ ਹੈ। ਦੇਖੋ ਇਹਦੇ ਕੋਲ 7 ਇਲੈਕਟ੍ਰੋਨ ਹੋਣਗੇ, ਜੇ ਅਸੀਂ ਸਰਕਲ 'ਚ ਦੇਖੀਏ ਪਹਿਲੇ 'ਚ 2 ਬਣਨਗੇ, ਦੂਸਰੇ 'ਚ ਕਿੰਨੇ ਬਣਨਗੇ 5। 9 ਲਈ ਕੀ ਹੋਣਗੇ, ਪਹਿਲੇ ਦੇ ਵਿੱਚ 2, ਦੂਸਰੇ ਦੇ ਵਿੱਚ ਕਿੰਨੇ ਹੋਣਗੇ 7, ਵੱਧ ਤੋਂ ਵੱਧ ਦੂਸਰੇ 'ਚ ਕਿੰਨੇ 8 ਆ ਸਕਦੇ ਆ। ਪਹਿਲੇ 'ਚ ਵੱਧ ਤੋਂ ਵੱਧ 2 ਹੁੰਦੇ ਆ, ਦੂਸਰੇ 'ਚ ਵੱਧ ਤੋਂ ਵੱਧ 8 ਹੁੰਦੇ ਆ, ਤੀਸਰੇ 'ਚ ਵੀ ਵੱਧ ਤੋਂ ਵੱਧ ਕਿੰਨੇ ਹੁੰਦੇ ਆ 8 ਹੁੰਦੇ ਆ। ਇਸ ਤਰੀਕੇ ਨਾਲ ਇਹਨੂੰ ਬ੍ਰੇਕ ਕਰ ਲੈਣਾ। ਹੁਣ 12 ਹੈਗੇ ਸਾਡੇ ਕੋਲ ਇਲੈਕਟ੍ਰੋਨ, 12 ਪਰਮਾਣੂ ਸੰਖਿਆ। ਤਾਂ 2 8 2, ਪਹਿਲੇ 'ਚ 2, ਦੂਸਰੇ 'ਚ 8, ਤੀਸਰੇ 'ਚ ਕਿੰਨੇ ਰਹਿ ਜਾਣਗੇ 2 ਰਹਿ ਜਾਣਗੇ। ਜੋੜ ਕੇ ਦੇਖ ਲਓ 12 ਬਣ ਗਏ। 16 ਲਈ ਕੀ ਹੋਊਗਾ 2 8 ਤੇ 6, 2 ਤੇ 8 10, 10 ਤੇ 6 16। ਅੱਗੇ ਸਾਡੇ ਕੋਲੇ ਦੇਖੋ 17 ਹੈ, ਪਹਿਲਾਂ 2 ਫਿਰ 8 ਤੇ ਫਿਰ 7। ਜੇ ਅਸੀਂ ਦੇਖਦੇ ਹਾਂ ਦੂਸਰਾ ਔਰ ਲਾਸਟ ਤਾਂ ਦੋਨਾਂ ਦੇ ਵਿੱਚ ਕੀ ਹੈ, ਜਿਹੜਾ ਲਾਸਟ ਦੇ ਉੱਪਰ ਕਿੰਨੇ, ਲਾਸਟ ਸਰਕਲ ਦੇ ਵਿੱਚ ਕਿੰਨੇ ਇਲੈਕਟ੍ਰੋਨ ਹੈ 7 ਇਹਦੇ ਵਿੱਚ ਹੈ, 7 ਇਹਦੇ ਵਿੱਚ ਹੈ। ਯਾਨੀ Q ਤੇ ਜਿਹੜੇ T ਹੈ ਦੋਨੋਂ ਇੱਕ ਸਮੂਹ ਦੇ ਨਾਲ ਕੀ ਆ ਉਹ ਸੰਬੰਧਿਤ ਨੇ। ਤਾਂ ਸਾਡਾ ਜਿਹੜਾ ਆਪਸ਼ਨ ਹੈ ਚੌਥਾ ਆਪਸ਼ਨ ਸਾਡਾ ਕੀ ਹੈ ਰਾਈਟ ਆਨਸਰ ਹੈ। ਅਗਲਾ ਸਾਡਾ ਪ੍ਰਸ਼ਨ ਹੈ ਰਵੀ ਜਾਣਨਾ ਚਾਹੁੰਦਾ ਹੈ ਕਿ ਸਵੈਪੋਸ਼ੀ ਪ੍ਰਕਾਸ਼ ਸੰਸਲੇਸ਼ਨ ਦੁਆਰਾ ਊਰਜਾ ਦੀ ਜ਼ਰੂਰਤ ਦੀ ਪੂਰਤੀ ਕਰਦੇ ਹਨ ਤਾਂ ਪ੍ਰਕਾਸ਼ ਸੰਸਲੇਸ਼ਨ ਦੁਆਰਾ ਕੀ ਹੁੰਦਾ ਹੈ। ਤਾਂ ਸਾਡੇ ਕੋਲੇ ਆਪਸ਼ਨ ਦੇਖੋ ਕੀ ਹੈ। ਪਹਿਲਾ ਆਪਸ਼ਨ ਹੈ ਸਾਡੇ ਕੋਲੇ ਕਲੋਰੋਫਿਲ ਦੁਆਰਾ ਪ੍ਰਕਾਸ਼ ਊਰਜਾ ਦਾ ਸੋਖਣ, ਬਿਲਕੁਲ ਰਾਈਟ ਹੈ, ਠੀਕ ਹੈ ਇਹ। ਅੱਗੇ ਹੈ ਪ੍ਰਕਾਸ਼ ਊਰਜਾ ਦਾ ਰਸਾਇਣਿਕ ਊਰਜਾ ਦੇ ਵਿੱਚ ਪਰਿਵਰਤਨ, ਇਹ ਵੀ ਸਹੀ ਹੈ। ਕਾਰਬਨ ਡਾਈਆਕਸਾਈਡ ਦਾ ਕਾਰਬੋਹਾਈਡਰੇਟ ਦੇ ਵਿੱਚ ਪਰਿਵਰਤਨ, ਠੀਕ ਹੈ। ਤਾਂ ਇਹਦਾ ਆਨਸਰ ਕੀ ਆ ਜਾਊਗਾ ਉਪਰੋਕਤ ਸਾਰੇ, ਇਹਦਾ ਕੀ ਹੋਊਗਾ ਰਾਈਟ ਆਨਸਰ ਹੋਊਗਾ। ਅਗਲਾ ਸਾਡਾ ਪ੍ਰਸ਼ਨ ਹੈ ਦੇਖੋ ਮਨੁੱਖੀ ਮਿਹਦੇ ਦੀ ਅੰਦਰਲੀ ਪਰਤ ਨੂੰ ਤੇਜ਼ਾਬਾਂ ਦੀਆਂ ਕਿਰਿਆਵਾਂ ਤੋਂ ਕੌਣ ਬਚਾਉਂਦਾ ਹੈ। ਤਾਂ ਇਹਦਾ ਆਨਸਰ ਹੈ ਬੇਟਾ ਮਿਊਕਸ। ਅਗਲਾ ਸਾਡਾ ਪ੍ਰਸ਼ਨ ਹੈ ਗੀਤਾ ਜਾਣਦੀ ਹੈ ਕਿ ਮਨੁੱਖਾਂ ਵਿੱਚ ਹੀਮੋਗਲੋਬਿਨ ਦੇ ਰੂਪ ਵਿੱਚ ਜਾਣਿਆ ਜਾਂਦਾ ਇੱਕ ਵਰਨਕ ਜਿਸ ਦੀ ਆਕਸੀਜਨ ਸੋਖਣ ਦੀ ਬਹੁਤ ਸਮਰੱਥਾ ਹੈ, ਇਹ ਹੀਮੋਗਲੋਬਿਨ ਕਿੱਥੇ ਪਾਇਆ ਜਾਂਦਾ ਹੈ। ਤਾਂ ਇਹਦਾ ਬੇਟਾ ਰਾਈਟ ਆਨਸਰ ਹੈ ਲਾਲ ਲਹੂ ਕਣ। ਤਾਂ ਅੱਗੇ ਚੱਲਦੇ ਹਾਂ। ਅਗਲਾ ਪ੍ਰਸ਼ਨ ਸਾਡਾ ਹੈ ਆਇਓਡੀਨ ਕਿਸ ਹਾਰਮੋਨ ਦੇ ਨਿਰਮਾਣ ਦੇ ਲਈ ਬਹੁਤ ਜ਼ਰੂਰੀ ਹੈ। ਤਾਂ ਬੇਟਾ ਇਹਦਾ ਆਨਸਰ ਹੈ ਥਾਇਰੋਕਸਿਨ। ਤਾਂ ਥਾਇਰੋਕਸਿਨ ਦੇ ਨਿਰਮਾਣ ਦੇ ਲਈ ਆਇਓਡੀਨ ਦੀ ਕੀ ਹੈ ਬਹੁਤ ਜ਼ਰੂਰਤ ਹੈ। ਅੱਗੇ ਹੇਠਾਂ ਵਿੱਚੋਂ ਕਿਹੜਾ ਮਿਲਾਨ ਸਹੀ ਨਹੀਂ ਹੈ, ਅਸੀਂ ਸਹੀ ਨਹੀਂ ਮਿਲਾਨ ਦੱਸਣਾ ਹੈ। ਤਾਂ ਸਭ ਤੋਂ ਪਹਿਲਾ ਹੈ ਟੈਸਟੋਸਟਰੀਨ, ਇਹਦਾ ਲਿਖਿਆ ਹੋਇਆ ਪਤਾਲੂ। ਉਸ ਤੋਂ ਬਾਅਦ ਹੈ ਸੈਕੰਡ ਆਪਸ਼ਨ ਈਸਟਰੋਜਨ ਦਾ ਓਵਰੀ। ਅੱਗੇ ਹੈ ਥਾਇਰੋਕਸਿਨ ਦਾ ਹੈਗਾ ਥਾਇਰਾਇਡ ਗ੍ਰੰਥੀ, ਅਤੇ ਅੱਗੇ ਹੈ ਐਡਰੀਨਲ ਦਾ ਪਿਚੂਟਰੀ ਗ੍ਰੰਥੀ। ਜਿਹੜਾ ਲਾਸਟ ਆਪਸ਼ਨ ਹੈ ਬੇਟਾ ਉਹ ਗਲਤ ਹੈ, ਕਿਉਂਕਿ ਐਡਰੀਨਲ ਜਿਹੜਾ ਹਾਰਮੋਨ ਹੈ ਉਹ ਐਡਰੀਨਲ ਗਲੈਂਡ ਵਿੱਚੋਂ ਹੀ, ਨਲੀ ਗ੍ਰੰਥੀ ਵਿੱਚੋਂ ਹੀ ਨਿਕਲਦਾ ਹੈ, ਠੀਕ ਹੈ।
ਤਾਂ ਇਸ ਕਰਕੇ ਜਿਹੜਾ ਪਿट्यूटरी ग्रंथी है ਉਹਦੇ ਨਾਲ ਇਹਦਾ ਕੋਈ ਸੰਬੰਧ ਨਹੀਂ ਹੈਗਾ। ਇਹ ਲਾਸਟ ਆਪਸ਼ਨ ਹੈ ਜਿਹੜਾ ਇਹਦਾ ਇਹ ਗਲਤ ਹੈ। ਤਾਂ ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ। ਨੈਕਸਟ ਕੁਐਸਚਨ ਸਾਡਾ ਹੈਗਾ ਅੰਡਜ ਵੱਲ ਨੂੰ ਪ੍ਰਾਗ ਨਲੀ ਦਾ ਵਾਧਾ ਕਿਸ ਅਨੁਵਰਤਨ ਦੀ ਉਦਾਹਰਨ ਹੈ। ਤਾਂ ਇਹ ਹੈ ਸਾਡੇ ਕੋਲੇ ਰਸਾਇਣਿਕ ਅਨੁਵਰਤਨ ਦੀ ਉਦਾਹਰਨ ਹੈ ਇਹ। ਅਗਲਾ ਸਾਡਾ ਪ੍ਰਸ਼ਨ ਹੈ ਜਿਸ ਬੀਜ ਵਿੱਚ ਭਵਿੱਖ ਦਾ ਪੌਦਾ ਹੁੰਦਾ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ। ਤਾਂ ਆਨਸਰ ਹੈ ਬੇਟਾ ਇਹਦਾ ਭਰੂਣ। ਤਾਂ ਇਹ ਇਹਦਾ ਰਾਈਟ ਆਨਸਰ ਹੈ। ਅੱਗੇ ਹੈ ਨੈਕਸਟ ਕੁਐਸਚਨ ਉਹ ਜੀਵ ਜੋ ਦੋ ਅਲਿੰਗੀ ਪ੍ਰਜਨਨ ਵਿਧੀਆਂ ਦੁਆਰਾ ਪ੍ਰਜਨਨ ਕਰਨ ਦੇ ਸਮਰਥ ਹੁੰਦਾ ਹੈ ਜਿਨ੍ਹਾਂ ਵਿੱਚੋਂ ਇੱਕ ਖਮੀਰ ਵਿੱਚ ਪ੍ਰਜਨਨ ਦੇ ਸਮਾਨ ਅਤੇ ਦੂਜਾ ਪਲੇਨੇਰੀਆ ਵਿੱਚ ਪ੍ਰਜਨਨ ਦੇ ਸਮਾਨ ਹੈ, ਕਿਹੜਾ ਹੈ। ਤਾਂ ਇਸ ਦਾ ਰਾਈਟ ਆਨਸਰ ਹੈ ਹਾਈਡਰਾ। ਤਾਂ ਹਾਈਡਰਾ ਦੋਨੋਂ ਵਿਧੀਆਂ ਨਾਲ ਪ੍ਰਜਨਨ ਕਰ ਸਕਦਾ ਹੈ। ਤਾਂ ਅੱਗੇ ਹੈ ਅੰਡਿਆਂ ਨੂੰ ਅੰਡ ਕੋਸ਼ ਤੋਂ ਛੱਡਣ ਦੀ ਪ੍ਰਕਿਰਿਆ ਨੂੰ ਕੀ ਕਿਹਾ ਜਾਂਦਾ। ਤਾਂ ਇਹਦਾ ਆਨਸਰ ਹੈ ਓਵੂਲੂਸ਼ਨ। ਤਾਂ ਨੈਕਸਟ ਕੁਐਸਚਨ ਅਜਰਮਨ ਨੇ ਆਪਣਾ ਮਾਚਿਸ ਗਵਾ ਦਿੱਤਾ। ਉਸ ਦੀ ਭੈਣ ਨੇ ਉਸ ਨੂੰ ਕਿਹਾ ਕਿ ਉਹ ਇੱਕ ਲੈਂਜ ਦੀ ਵਰਤੋਂ ਕਰਕੇ ਸੂਰਜ ਦੀ ਰੋਸ਼ਨੀ ਤੋਂ ਅੱਗ ਬਾਲ ਸਕਦਾ ਹੈ। ਕਿਹੜਾ ਲੈਂਜ ਹੈ ਜਿਹੜਾ ਇਹ ਕੰਮ ਕਰਨ ਦੇ ਲਈ ਵਰਤਿਆ ਜਾਂਦਾ ਹੈ। ਤਾਂ ਇਹਦਾ ਬੇਟਾ ਜਿਹੜਾ ਰਾਈਟ ਆਨਸਰ ਹੈ ਉਹ ਹੈਗਾ ਉੱਤਲ ਲੈਂਜ। ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਕਿਹੜਾ ਹੈਗਾ ਉੱਤਲ ਲੈਂਜ। ਕਿਉਂ? ਕਿਉਂਕਿ ਜਿਹੜਾ ਇਹ ਲੈਂਜ ਹੁੰਦਾ ਹੈ ਇਹਨੂੰ ਅਸੀਂ ਅਵਿਸਾਰੀ ਲੈਂਜ ਵੀ ਕਹਿੰਦੇ ਹਾਂ, ਯਾਨੀ ਕਨਵਰਜ ਕਰਦਾ ਇਹ ਕਿਰਨਾਂ ਨੂੰ ਕੀ ਕਰ ਦਿੰਦਾ ਹੈਗਾ ਕਨਵਰਜ ਕਰ ਦਿੰਦਾ। ਦੇਖੋ ਮੰਨ ਲਓ ਸਾਡੇ ਕੋਲ ਇੱਕ ਉੱਤਰ ਲੈਂਜ ਹੈ ਤਾਂ ਸੂਰਜ ਦੀਆਂ ਜਿਹੜੀਆਂ ਕਿਰਨਾਂ ਹੋਣਗੀਆਂ ਆਉਣ ਵਾਲੀਆਂ ਸੂਰਜ ਦੀਆਂ ਕਿਰਨਾਂ ਹੋਣਗੀਆਂ ਉਹਨਾਂ ਨੂੰ ਕੀ ਕਰੂਗਾ ਇਹ ਜਦੋਂ ਉਹਦੇ ਬਿਜਲੀ ਪਾਸ ਕਰਨਗੀਆਂ ਤਾਂ ਇੱਕ ਪੁਆਇੰਟ ਦੇ ਉੱਪਰ ਕੀ ਕਰ ਦੂ ਉਹਨਾਂ ਨੂੰ ਕਨਵਰਜ ਕਰ ਦੂਗਾ। ਇੱਕ ਪੁਆਇੰਟ 'ਤੇ ਜਾ ਕੇ ਉਹ ਮਿਲਣਗੀਆਂ ਜਿੱਥੇ ਤਾਪਮਾਨ ਬਹੁਤ ਜ਼ਿਆਦਾ ਹੋ ਜਾਊਗਾ ਇਸ ਪੁਆਇੰਟ 'ਤੇ ਜਿੱਥੇ ਉਹ ਮਿਲਣਗੀਆਂ ਤਾਂ ਉਹਦੇ ਨਾਲ ਜਿਹੜਾ ਕਾਗਜ਼ ਹੋਊਗਾ ਸਾਡਾ ਉਸ ਨੂੰ ਕੀ ਲੱਗ ਜੂਗੀ ਅੱਗ ਲੱਗ ਜਾਏਗੀ। ਤਾਂ ਇਸ ਕਰਕੇ ਇਸ ਲੈਂਜ ਨੂੰ ਅਵਿਸਾਰੀ ਲੈਂਜ ਵੀ ਬੋਲਿਆ ਜਾਂਦਾ ਹੈ ਕਿਉਂਕਿ ਇਹ ਸੂਰਜ ਦੀਆਂ ਕਿਰਨਾਂ ਨੂੰ ਇੱਕ ਪੁਆਇੰਟ ਦੇ ਉੱਪਰ ਕੀ ਕਰ ਦਿੰਦਾ ਹੈ ਕਨਵਰਜ ਕਰ ਦਿੰਦਾ ਹੈ। ਤਾਂ ਅਗਲਾ ਨੈਕਸਟ ਕੁਐਸਚਨ ਦੇਖੋ ਸਿਮਰਨ ਨੇ ਪਾਣੀ ਦੇ ਨਾਲ ਭਰੇ ਕੱਚ ਦੇ ਕਟੋਰੇ ਵਿੱਚ ਇੱਕ ਪੈਨਸਲ ਪਾ ਦਿੱਤੀ। ਉਹ ਇਹ ਵੇਖ ਕੇ ਹੈਰਾਨ ਹੋਈ ਕਿ ਪੈਨਸਲ ਝੁਕੀ ਹੋਈ ਸੀ ਯਾਨੀ ਮੁੜੀ ਹੋਈ ਸੀ। ਤਾਂ ਉਸ ਦਾ ਕੀ ਕਾਰਨ ਹੈ। ਤਾਂ ਦੇਖੋ ਪਾਣੀ ਦੇ ਵਿੱਚ ਜਦੋਂ ਆਪਾਂ ਪੈਨਸਲ ਡਬੋ ਦਿੰਦੇ ਹਾਂ ਤਾਂ ਉਹ ਮੁੜੀ ਹੋਈ ਦਿਖਾਈ ਦਿੰਦੀ ਹੈ ਜਾਂ ਸਿੱਕਾ ਉੱਪਰ ਨੂੰ ਉੱਠਿਆ ਹੋਇਆ ਪ੍ਰਤੀਤ ਹੁੰਦਾ ਹੈ। ਤਾਂ ਇਹ ਸਾਰੇ ਦਾ ਕਾਰਨ ਕੀ ਹੈ ਪ੍ਰਕਾਸ਼ ਦਾ ਅਪਵਰਤਨ। ਤਾਂ ਜਿਹੜਾ ਤੀਸਰਾ ਆਪਸ਼ਨ ਹੈ ਇਹ ਸਾਡਾ ਕੀ ਹੈ ਰਾਈਟ ਆਨਸਰ ਹੈ। ਤਾਂ ਅੱਗੇ ਨੈਕਸਟ ਕੁਐਸਚਨ ਦੇਖੋ ਇੱਕ ਵਿਅਕਤੀ 6 ਮੀਟਰ ਤੋਂ ਪਾਰ ਰੱਖੀਆਂ ਗਈਆਂ ਵਸਤੂਆਂ ਨੂੰ ਸਪਸ਼ਟ ਤੌਰ 'ਤੇ ਨਹੀਂ ਵੇਖ ਸਕਦਾ ਯਾਨੀ ਜਿਹੜੀਆਂ ਦੂਰ ਦੀਆਂ ਵਸਤੂਆਂ ਹੈ ਉਹ ਉਹਨਾਂ ਨੂੰ ਨਹੀਂ ਦੇਖ ਸਕਦਾ ਅਤੇ ਉਹ ਇੱਕ ਦ੍ਰਿਸ਼ਟੀ ਦੋਸ਼ ਤੋਂ ਪੀੜਿਤ ਹੈ। ਜਦੋਂ ਕਿਸੇ ਨੂੰ ਵਿਅਕਤੀ ਨੂੰ ਦੂਰ ਦੀਆਂ ਜਿਹੜੀਆਂ ਵਸਤੂਆਂ ਉਹ ਦਿਖਾਈ ਸਾਫ਼-ਸਾਫ਼ ਨਹੀਂ ਦਿਖਾਈ ਦਿੰਦੀਆਂ ਔਰ ਨੇੜੇ ਦੀਆਂ ਸਾਫ਼ ਦਿਖਾਈ ਦਿੰਦੀਆਂ ਤਾਂ ਉਹ ਬੇਟਾ ਕਿਹੜਾ ਦੋਸ਼ ਹੁੰਦਾ ਹੈਗਾ ਨਿਕਟ ਦ੍ਰਿਸ਼ਟੀ ਦੋਸ਼। ਤਾਂ ਇਹਦਾ ਰਾਈਟ ਆਨਸਰ ਕੀ ਹੈ ਨਿਕਟ ਦ੍ਰਿਸ਼ਟੀ ਦੋਸ਼। ਤਾਂ ਅਗਲਾ ਜਿਹੜਾ ਕੁਐਸਚਨ ਹੈ ਦੇਖੋ ਕੋਈ ਵਿਅਕਤੀ ਜ਼ਿਆਦਾ ਦੂਰੀ 'ਤੇ ਰੱਖੀ ਗਈ ਵਸਤੂ ਨੂੰ ਸਪਸ਼ਟ ਰੂਪ ਵਿੱਚ ਵੇਖਣ ਦੇ ਯੋਗ ਨਹੀਂ ਹੈਗਾ। ਉਹੀ ਪੁਰਾਣਾ ਕੁਐਸਚਨ ਪਹਿਲਾਂ ਦੀ ਤਰ੍ਹਾਂ। ਤਾਂ ਅੱਗੇ ਹੈ ਸਾਡੇ ਕੋਲੇ ਪਰ ਇੱਕ ਕਿਤਾਬ ਉੱਤੇ ਲਿਖੇ ਅੱਖਰਾਂ ਨੂੰ ਸਹਿਜਤਾ ਨਾਲ ਪੜ੍ਹਨ ਦੇ ਯੋਗ ਹੁੰਦਾ ਹੈ ਯਾਨੀ ਨੇੜੇ ਦੇ ਜਿਹੜੇ ਅੱਖਰ ਹੈ ਉਹਨੂੰ ਦਿਖ ਰਹੇ ਹੈ ਦੂਰ ਦੀ ਵਸਤੂ ਨੂੰ ਉਹ ਨਹੀਂ ਦੇਖ ਸਕਦਾ ਨੇੜੇ ਦੀ ਵਸਤੂ ਨੂੰ ਉਹ ਦੇਖ ਸਕਦਾ ਹੈ। ਤਾਂ ਇਹ ਉਸ ਦ੍ਰਿਸ਼ਟੀ ਦੋਸ਼ ਦਾ ਨਾਮ ਦੱਸੋ। ਤਾਂ ਕੀ ਹੋਊਗਾ ਨਿਕਟ ਦ੍ਰਿਸ਼ਟੀ ਦੋਸ਼। ਤਾਂ ਪਹਿਲਾਂ ਵਾਲੇ ਕੁਐਸਚਨ ਦੀ ਤਰ੍ਹਾਂ ਹੀ ਇਹਦਾ ਆਨਸਰ ਵੀ ਕੀ ਹੈ ਨਿਕਟ ਦ੍ਰਿਸ਼ਟੀ ਦੋਸ਼। ਅਗਲਾ ਹੈ ਇਹਨਾਂ ਵਿੱਚੋਂ ਕਿਹੜਾ ਪਦਾਰਥ ਇੱਕ ਰੋਧਕ ਹੈ। ਇਹਨਾਂ ਵਿੱਚੋਂ ਕਿਹੜਾ ਪਦਾਰਥ ਇੱਕ ਰੋਧਕ ਹੈ ਜਿਹਦੇ ਵਿਧੀ ਕਰੰਟ ਪਾਸ ਨਹੀਂ ਹੁੰਦਾ ਜਾਣੀ। ਤਾਂ ਇਹਦਾ ਜਿਹੜਾ ਆਨਸਰ ਹੈ ਉਹ ਦੇਖੋ ਕੀ ਹੈਗਾ ਤਾਂ ਗਲਾਸ। ਤਾਂ ਲਾਸਟ ਆਪਸ਼ਨ ਇਹਦਾ ਕੀ ਹੈਗਾ ਰਾਈਟ ਆਨਸਰ ਹੈ ਗਲਾਸ। ਕਿਸੇ ਰੋਧਕ ਦਾ ਪ੍ਰਤੀਰੋਧ ਹੁੰਦਾ ਹੈ ਡੈਸ਼ ਹੁੰਦਾ ਹੈ ਕਿੰਨਾ ਹੁੰਦਾ ਹੈ ਅਨੰਤ ਹੁੰਦਾ ਹੈ। ਤਾਂ ਸੈਕੰਡ ਆਪਸ਼ਨ ਕੀ ਹੈ ਰਾਈਟ ਆਨਸਰ ਹੈ। ਹੇਠ ਲਿਖਿਆਂ ਵਿੱਚੋਂ ਕਿਹੜਾ ਉਪਕਰਨ ਬਿਜਲੀ ਧਾਰਾ ਦੇ ਤਾਪਣ ਪ੍ਰਭਾਵ 'ਤੇ ਕੰਮ ਨਹੀਂ ਕਰਦਾ। ਤਾਂ ਦੇਖੋ ਟੋਸਟਰ ਹੈ ਜਿਹੜਾ ਇਹ ਵੀ ਕਰਦਾ ਹੈਗਾ ਪ੍ਰੈਸ ਵੀ ਗਰਮ ਹੁੰਦੀ ਹੈ ਹੀਟਰ ਵੀ ਗਰਮ ਹੁੰਦਾ ਤਾਂ ਪੱਖਾ ਹੈ ਜਿਹੜਾ ਇਹ ਇਸ ਪ੍ਰਭਾਵ 'ਤੇ ਕੰਮ ਨਹੀਂ ਕਰਦਾ। ਜਿਹੜੀ ਪ੍ਰੈਸ ਹੁੰਦੀ ਹੈ ਜਾਂ ਹੀਟਰ ਹੁੰਦਾ ਹੈ ਉਹ ਅਵਰਕਤ ਕਿਰਨਾਂ ਜਿਹੜੀਆਂ ਸਾਡੀਆਂ ਹੁੰਦੀਆਂ ਇਨਫਰਾਰੈੱਡ ਉਹਨਾਂ ਨੂੰ ਛੱਡਦੀਆਂ ਇਹ ਵੀ ਬੇਟਾ ਯਾਦ ਰੱਖਿਓ ਜਿਹੜੀਆਂ ਕਿਰਨਾਂ ਗਰਮੀ ਪ੍ਰਦਾਨ ਕਰਦੀਆਂ। ਤਾਂ ਅਗਲਾ ਸਾਡਾ ਕੁਐਸਚਨ ਹੈ 32ਵਾਂ ਕੁਐਸਚਨ ਰਾਹੁਲ ਚੁੰਬਕੀ ਖੇਤਰ ਰੇਖਾਵਾਂ ਦੇ ਗੁਣ ਨੂੰ ਲਿਖ ਰਿਹਾ ਹੈ ਸਹੀ ਬਿਆਨ ਕਰੋ। ਤਾਂ ਜਿਹੜੇ ਚੁੰਬਕੀ ਖੇਤਰ ਰੇਖਾਵਾਂ ਹੁੰਦੀਆਂ ਬੇਟਾ ਉਹਨਾਂ ਬਾਰੇ ਤੁਹਾਨੂੰ ਦੱਸ ਦਈਏ। ਇੱਕ ਸਾਡੇ ਕੋਲੇ ਜਿਵੇਂ
ਇੱਕ ਚੁੰਬਕ ਹੈਗੀ, ਇੱਕ ਉਸ ਦਾ ਨਾਰਥ ਪੋਲ ਹੈ ਸਾਡੇ ਕੋਲ, ਇੱਕ ਸਾਊਥ। ਠੀਕ ਹੈ, ਤਾਂ ਉੱਤਰੀ ਧਰੁਵ ਤੋਂ ਚੁੰਬਕੀ ਖੇਤਰ ਰੇਖਾਵਾਂ ਚੱਲਦੀਆਂ ਕਿੱਥੋਂ ਤੱਕ ਪਹੁੰਚਦੀਆਂ ਹੁੰਦੀਆਂ, ਦੱਖਣੀ ਧਰੁਵ ਤੱਕ। ਇਸੇ ਤਰੀਕੇ ਨਾਲ ਇਹ ਜਾਰੀ ਰਹਿੰਦਾ ਹੈ। ਠੀਕ ਹੈ, ਤਾਂ ਇਹਨਾਂ ਨੂੰ ਤੁਸੀਂ ਯਾਦ ਰੱਖਣਾ ਹੈ ਇਸ ਤਰੀਕੇ ਨਾਲ। ਉੱਤਰੀ ਧਰੁਵ ਤੋਂ ਇਹ ਸ਼ੁਰੂ ਹੁੰਦੀਆਂ ਚੁੰਬਕੀ ਖੇਤਰ ਰੇਖਾਵਾਂ, ਔਰ ਦੱਖਣੀ ਧਰੁਵ 'ਤੇ ਜਾ ਕੇ ਕੀ ਹੁੰਦੀਆਂ, ਸਮਾਪਤ ਹੁੰਦੀਆਂ। ਇਸ ਗੱਲ ਨੂੰ ਤੁਸੀਂ ਯਾਦ ਰੱਖਣਾ ਹੈ। ਠੀਕ ਹੈ, ਇਸੇ ਤਰ੍ਹਾਂ ਜਿਹੜੀਆਂ ਇੱਧਰ ਆਉਣਗੀਆਂ ਉਹ ਇੱਧਰ ਨੂੰ ਜਾ ਕੇ ਮਿਲਣਗੀਆਂ। ਤਾਂ ਚਲੋ ਹੁਣ ਆਪਾਂ ਕੁਐਸਚਨ ਦੇ ਆਪਸ਼ਨ ਪੜ੍ਹਦੇ ਹਾਂ ਕੀ ਹੈ। ਪਹਿਲਾ ਆਪਸ਼ਨ ਸਾਡੇ ਕੋਲੇ, ਚੁੰਬਕੀ ਖੇਤਰ ਦੀਆਂ ਰੇਖਾਵਾਂ ਚੁੰਬਕ ਦੇ ਉੱਤਰੀ ਧਰੁਵ ਤੋਂ ਉਤਪੰਨ ਹੁੰਦੀਆਂ ਹਨ ਅਤੇ ਇਸ ਦੇ ਦੱਖਣੀ ਧਰੁਵ 'ਤੇ ਜਾ ਕੇ ਖਤਮ ਹੁੰਦੀਆਂ ਹਨ। ਤਾਂ ਪਹਿਲਾ ਸਾਡੇ ਕੋਲੇ ਜਿਹੜਾ ਹੈਗਾ ਆਪਸ਼ਨ ਹੈ ਉਹ ਬਿਲਕੁਲ ਠੀਕ ਹੈ, ਤਾਂ ਇਸ 'ਤੇ ਅਸੀਂ ਟਿਕ ਕਰ ਦਿੰਦੇ ਹਾਂ, ਇਹ ਸਹੀ ਹੈ ਸਾਡਾ। ਅੱਗੇ ਚੁੰਬਕੀ ਖੇਤਰ ਦੀਆਂ ਰੇਖਾਵਾਂ ਇੱਕ ਚੁੰਬਕ ਦੇ ਧਰੁਵਾਂ 'ਤੇ ਨੇੜੇ ਅਤੇ ਇੱਕ ਦੂਜੇ ਦੇ ਨੇੜੇ ਆਉਂਦੀਆਂ ਹਨ। ਦੇਖੋ ਧਰੁਵਾਂ 'ਤੇ ਇਹ ਨੇੜੇ ਹੁੰਦੀਆਂ ਔਰ ਉਸ ਤੋਂ ਬਾਅਦ ਕੀ ਹੁੰਦੀਆਂ, ਦੂਰ ਹੁੰਦੀਆਂ ਜਾਂਦੀਆਂ, ਪਰ ਉਹ ਦੂਜੀਆਂ ਥਾਵਾਂ 'ਤੇ ਵਿਆਪਕ ਤੌਰ 'ਤੇ ਵੱਖਰੀਆਂ ਹੁੰਦੀਆਂ ਹਨ। ਯਾਨੀ ਧਰੁਵਾਂ ਦੇ ਉੱਪਰ ਇਹ ਇੱਕ ਦੂਜੇ ਦੇ ਕੀ ਹੁੰਦੀਆਂ, ਨੇੜੇ ਹੁੰਦੀਆਂ, ਇਹ ਵੀ ਠੀਕ ਹੈ। ਅੱਗੇ ਹੈ ਚੁੰਬਕੀ ਖੇਤਰ ਦੀਆਂ ਰੇਖਾਵਾਂ ਇੱਕ ਦੂਜੇ ਨੂੰ ਕੱਟਦੀਆਂ ਜਾਂ ਪਾਰ ਨਹੀਂ ਕਰਦੀਆਂ, ਇੱਕ ਦੂਸਰੇ ਨੂੰ ਨਹੀਂ ਕੱਟਦੀਆਂ, ਬਿਲਕੁਲ ਠੀਕ ਹੈ ਇਹ। ਤਾਂ ਇਹਦੇ ਤਿੰਨੋਂ ਆਪਸ਼ਨ ਹੀ ਠੀਕ ਹੈ, ਤਾਂ ਸਾਡਾ ਆਨਸਰ ਕੀ ਹੋਊਗਾ, ਉਪਰੋਕਤ ਸਾਰੇ। ਤਾਂ ਇਹ ਸਾਡਾ ਕੀ ਹੋਊਗਾ, ਰਾਈਟ ਆਨਸਰ ਹੋਊਗਾ। ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ। ਇੱਕ ਬਾਰ ਚੁੰਬਕ ਦੇ ਬਾਹਰੀ ਚੁੰਬਕ ਖੇਤਰ ਦੀਆਂ ਲਾਈਨਾਂ ਕੀ ਹੋਣਗੀਆਂ, ਤਾਂ ਇਹਨਾਂ ਦੇ ਵਿੱਚ ਅਸੀਂ ਦੇਖਦੇ ਹਾਂ। ਪਹਿਲਾ ਹੈ ਦੱਖਣੀ ਧਰੁਵ ਤੋਂ ਉਤਪੰਨ ਹੁੰਦੀਆਂ, ਬਿਲਕੁਲ ਗਲਤ ਹੈ ਕਿਉਂਕਿ ਇਹ ਉੱਤਰੀ ਧਰੁਵ ਤੋਂ ਉਤਪੰਨ ਹੁੰਦੀਆਂ। ਠੀਕ ਹੈ, ਫਿਰ ਉੱਤਰੀ ਧਰੁਵ ਤੋਂ ਉਤਪੰਨ ਹੁੰਦੀਆਂ ਹਨ ਅਤੇ ਇਸ ਦੇ ਪੂਰਬੀ ਧਰੁਵ 'ਤੇ ਸਮਾਪਤ ਹੁੰਦੀਆਂ ਹਨ, ਇਹ ਵੀ ਬਿਲਕੁਲ ਗਲਤ ਹੈ। ਕਿੱਥੇ ਖਤਮ ਹੋਣਗੀਆਂ, ਦੱਖਣੀ ਧਰੁਵ 'ਤੇ। ਤੀਸਰਾ ਆਪਸ਼ਨ ਬੇਟਾ ਸਾਡਾ ਬਿਲਕੁਲ ਠੀਕ ਹੈ ਕਿਉਂਕਿ ਦੇਖੋ ਕੀ ਲਿਖਿਆ ਹੋਇਆ, ਉੱਤਰੀ ਧਰੁਵ ਤੋਂ ਉਤਪੰਨ ਹੁੰਦੀਆਂ ਹਨ ਅਤੇ ਇਸ ਦੇ ਦੱਖਣੀ ਧਰੁਵ 'ਤੇ ਸਮਾਪਤ ਹੁੰਦੀਆਂ ਹਨ, ਇਹ ਬਿਲਕੁਲ ਰਾਈਟ ਹੈ। ਇਹੀ ਸਾਡਾ ਕੀ ਹੈ, ਰਾਈਟ ਆਨਸਰ ਹੈ। ਅੱਗੇ ਨੈਕਸਟ ਕੁਐਸਚਨ ਦੇਖੋ, ਹੇਠ ਲਿਖਿਆਂ ਵਿੱਚੋਂ ਕਿਹੜਾ ਉਤਪਾਦਕ ਹੈ, ਯਾਨੀ ਜਿਹੜਾ ਆਪਣਾ ਭੋਜਨ ਆਪ ਤਿਆਰ ਕਰਦਾ ਹੈ, ਤਾਂ ਕਿਹੜਾ ਉਤਪਾਦਕ ਹੈ, ਘਾਹ, ਇਹਦਾ ਰਾਈਟ ਆਨਸਰ ਹੈ। ਅੱਗੇ ਹੈ 35 ਲਾਸਟ ਕੁਐਸਚਨ ਸਾਡਾ ਇਸ ਪੇਪਰ ਦਾ, ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ਸਵੈ ਪੋਸ਼ੀ ਹੈ, ਤਾਂ ਇਸ ਦੇ ਵਿੱਚ ਵੀ ਇਹਦਾ ਆਨਸਰ ਕੀ ਹੈ, ਹਰੇ ਪੌਦੇ, ਜਿਹੜਾ ਆਪਣਾ ਭੋਜਨ ਖੁਦ ਤਿਆਰ ਕਰਦੇ ਆ। ਤਾਂ ਰਾਈਟ ਆਨਸਰ ਕੀ ਹੈ, ਹਰੇ ਪੌਦੇ। ਤਾਂ ਉਮੀਦ ਕਰਦੇ ਹਾਂ ਬੇਟਾ ਅੱਜ ਦਾ ਜਿਹੜਾ ਫਸਟ ਪੇਪਰ ਸੀ ਸਾਇੰਸ ਦਾ ਤੁਹਾਨੂੰ ਸਮਝ ਆਇਆ ਹੋਊਗਾ। ਜਿਹੜੇ ਬੱਚੇ ਚੈਨਲ ਨੂੰ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਔਰ ਜਿਹੜਾ ਬੈਲ ਦਾ ਨੋਟੀਫਿਕੇਸ਼ਨ ਉਸ ਨੂੰ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਵੀਡੀਓ ਅਪਲੋਡ ਕਰੀਏ ਤਾਂ ਜਿਹੜਾ ਉਹਦਾ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚ ਜਾਵੇ। ਤੇ ਸਾਰੇ ਜਿਹੜੇ ਤੁਹਾਡੇ ਕਲਾਸਮੇਟ ਹੈ, ਸਟੂਡੈਂਟਸ ਹੈ, ਉਹਨਾਂ ਨੂੰ ਵੀਡੀਓ ਜ਼ਰੂਰ ਸ਼ੇਅਰ ਕਰੋ ਤਾਂ ਕਿ ਸਾਰੇ ਬੱਚੇ ਇਸ ਤੋਂ ਫਾਇਦਾ ਲੈ ਸਕਣ। ਮਿਲਦੇ ਹਾਂ ਅਗਲੀ ਕਲਾਸ ਦੇ ਵਿੱਚ, ਧੰਨਵਾਦ।